ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋਂ, ਬਿਖਮ ਨਦੀ ਜਾਏ ਤਰਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਾਹੋ ਨਾਹੀ ਤਾਕਿਆ ਆਖਾਂ, ਕਿਹੋ ਨਾਹੀ ਕਿਆ ਹੋਵਾਂ। ਕੀਤਾ ਕਰਣਾ ਕਹਿਆ ਕਥਨਾ, ਭਰਿਆ ਭਰ ਭਰ ਧੋਵਾਂ। ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਨਾਨਕ ਅੰਧਾ ਹੋਇ ਕੈ ਦਸੈ ਰਾਹ, ਸਭ ਸਮੁਹਾਏ ਸਾਥੇ। ਅੱਗੇ ਗਿਆ ਮੋਹਿ ਮੋਹਿ ਪਾਹੇ, ਸੋ ਐਸਾ ਆਗੂ ਜਪੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਅਗਮੀ ਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਰੋਜ਼ ਪਹੁੰਚ ਰਹੇ ਹੋ। ਵਡਭਾਗੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਦੇ ਅੰਦਰ ਇਹ ਬਾਣੀ ਜਿਹੜੀ ਹੈ ਸਭ ਤੋਂ ਪਹਿਲੀ ਬਾਣੀ ਹੈ, ਜਿਹਦਾ ਨਾਮ ਸਿਰਲੇਖ ਜਪ ਹੈ। ਔਰ ਪਿਆਰ ਦੇ ਵਿੱਚ ਇਹਨੂੰ ਅਸੀਂ ਜਪਜੀ ਸਾਹਿਬ ਸਤਿਕਾਰ ਵਿੱਚ ਕਹਿੰਦੇ ਹਾਂ। ਪੁਰਾਤਨ ਹੱਥ ਲਿਖਤ ਬੀੜਾਂ ਦੇ ਵਿੱਚ ਇਸ ਬਾਣੀ ਨੂੰ ਜਪ ਨਿਸ਼ਾਨ ਵੀ ਆਖਿਆ ਗਿਆ ਹੈ। ਇਸ ਬਾਣੀ ਦੀ ਤਕਰੀਬਨ ਅਸੀਂ ਕੱਲ੍ਹ ਤੱਕ 35 ਪੌੜੀਆਂ ਦੀ ਵਿਚਾਰ ਕੀਤੀ ਸੀ, ਔਰ ਆਪ ਜੀ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਸੀ ਕਿ 34ਵੀਂ ਪੌੜੀ ਤੋਂ 5 ਖੰਡ ਦੀ ਆਰੰਭਤਾ ਹੁੰਦੀ ਹੈ। ਔਰ ਇਹ 5 ਖੰਡ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਜਿਹੜੀ ਵਿਉਂਤ ਹੈ, ਇਹ ਨਵੇਕਲੀ ਹੈ, ਸਿਰਫ ਜਪਜੀ ਸਾਹਿਬ ਦੇ ਵਿੱਚ ਹੈ। ਇਹ ਵਿਉਂਤ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲੇਗੀ, ਪਰ ਹਰ ਬਾਣੀ ਹਰ ਸ਼ਬਦ ਕਿਸੇ ਨਾ ਕਿਸੇ ਖੰਡ ਦਾ ਲਖਾਇਕ ਹੈ। ਚਾਹੇ ਉਹ ਧਰਮ ਖੰਡ ਦਾ ਲਖਾਇਕ ਹੋਏ, ਚਾਹੇ ਕਰਮ ਖੰਡ ਦਾ, ਚਾਹੇ ਸ਼ਰਮ ਖੰਡ ਦਾ, ਚਾਹੇ ਉਹ ਸੱਚਖੰਡ ਦਾ ਲਖਾਇਕ ਹੋਏ, ਜਾਂ ਉਹਦੇ ਵਿੱਚ ਗਿਆਨ ਦੀਆਂ ਬਾਤਾਂ ਹੋਣ। ਇਹਦਾ ਵਿਸਥਾਰ ਹੈ, ਪਰ ਇਹ ਲੜੀ ਨਹੀਂ। ਹਾਂ, ਕਈ ਵਿਦਵਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਲਾਵਾਂ ਜਿਹੜੇ 4 ਪਦੇ ਨੇ, ਉਹਨੂੰ ਵੀ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਦੇ ਨਾਲ ਤੋਰਦੇ ਨੇ, ਕਿ ਜਿਹਦੇ ਵਿੱਚ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਜਾਂ ਇਸ ਤਰ੍ਹਾਂ ਇਸ ਅਵਸਥਾਵਾਂ ਦੇ ਵਿੱਚ ਮਿਲਾਪ, ਅਤੇ ਮਿਲਾਪ ਤੋਂ ਬਾਅਦ ਵਿਰਾਗ, ਅਤੇ ਵਿਰਾਗ ਤੋਂ ਬਾਅਦ ਇਕਮਿਕ ਹੋਣ ਦੀ ਅਵਸਥਾ, ਕਿ ਉਹ ਮਿਲਾਪ ਕੋਈ ਦੁਚਿੱਤੀ ਭਾਵਨਾ ਵਾਲਾ ਨਹੀਂ ਰਹਿੰਦਾ, ਉਹ ਤੋਹੀ ਮੋਹੀ ਵਾਲਾ ਨਹੀਂ ਰਹਿੰਦਾ, ਉਹ ਇੱਕ ਹੋ ਜਾਂਦਾ ਹੈ, ਉਹਦੇ ਵਿੱਚ ਅੰਤਰ ਨਹੀਂ ਰਹਿੰਦਾ। ਔਰ ਇਹੀ 5 ਅਵਸਥਾਵਾਂ ਨੇ। ਇਸ ਅਵਸਥਾ ਦੀ ਆਰੰਭਤਾ ਧਰਮ ਤੋਂ ਹੁੰਦੀ ਹੈ, ਅਤੇ ਧਰਮ ਸਾਨੂੰ ਇਹ ਸਿਖਲਾਉਂਦਾ ਕਿ ਪਿਛਲੇ ਕੀਤੇ ਹੋਏ ਮਾੜੇ ਕਰਮਾਂ 'ਤੇ ਰੋਕ ਲਾਈ ਜਾਏ, ਕੀਤੇ ਹੋਏ ਮਾੜੇ ਕਰਮਾਂ ਨੂੰ ਵੇਖਿਆ ਜਾਏ, ਅਤੇ ਅਗਾਂਹ ਜਿਹੜੇ ਕਰਮ ਅਸੀਂ ਕਰਨੇ ਆ ਉਹਦੇ ਲਈ ਸੁਚੇਤ ਹੋਈਏ। ਇਹ ਧਰਮਸਾਲ ਹੈ। ਧਰਤੀ ਧਰਮਸਾਲ ਦੀ 2 ਨਿਸ਼ਾਨੀਆਂ ਨੇ। ਇੱਕ ਤਾਂ ਇਹ ਧਰਮ ਕਮਾਉਣ ਵਾਸਤੇ ਥਾਂ ਹੈ, ਅਤੇ ਦੂਸਰੀ ਨਿਸ਼ਾਨੀ ਧਰਮ ਉਹ ਕਮਾ ਸਕਦਾ ਜਿਹੜਾ ਸਮਝਦਾ ਕਿ ਅਸੀਂ ਇੱਥੇ ਬਹੁਤਾ ਚਿਰ ਨਹੀਂ ਰਹਿਣਾ, ਇੱਥੇ ਆਏ ਹਾਂ ਅਤੇ ਆ ਕੇ ਕੂਚ ਕਰਨਾ ਹੈ। ਉਹੀ ਧਰਮ ਕਮਾਏਗਾ ਜਿਹਦੇ ਅੰਦਰ ਇਹ ਗੱਲ ਦ੍ਰਿੜ ਹੋਏਗੀ ਕਿ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਹ ਮਰਨਾ ਭਾਈ, ਕਿ ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਆਓ ਜੀ, ਇਸ ਤੋਂ ਬਾਅਦ ਅਸੀਂ ਗਿਆਨ ਖੰਡ ਦੀਆਂ ਆਖਰੀ 2 ਤੁਕਾਂ
ਜਿਹੜੀਆਂ ਵਿਚਾਰ ਅਧੀਨ ਹੈਗੀਆਂ ਉਹਨੂੰ ਸੰਪੂਰਨ ਕਰੀਏ। ਫਿਰ ਅੱਗੇ ਜਿਹੜਾ ਅੱਜ ਸ਼ਰਮ ਖੰਡ ਆਰੰਭ ਹੋ ਰਿਹਾ, ਜਿਹਨੂੰ ਸ਼ਰਮ ਲਿਖਿਆ ਹੋਇਆ ਸੱਸਾ ਰੱਰਾ ਤੇ ਮੰਮਾ ਕਰਕੇ, ਇਹਦੀ ਵਿਚਾਰ ਵੱਲ ਤੁਰੀਏ। ਆਪ ਜੀ ਨੇ ਤੁਕਾਂ ਭਾਈ ਸਾਹਿਬ ਜੀ ਤੋਂ ਸਰਵਣ ਕੀਤੀਆਂ ਨੇ। ਵਿਚਾਰ ਸਤਿਗੁਰ ਜੀ ਆਪ ਕਰਾਉਣ। ਇਹ ਅਗਮੀ ਬਾਣੀ ਦੀ ਵਿਚਾਰ ਆਪ ਸੰਗਤ ਸਿਰ ਤੇ ਮੇਰ ਭਰਿਆ ਹੱਥ ਰੱਖੋ। ਦੋਨੋਂ ਹੱਥ ਬਨ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮਖੰਡ ਦੇ ਵਿੱਚ ਅਸੀਂ ਇਹ ਸਮਝਿਆ ਸੀ ਕਿ ਕਰਮ ਦੀ ਵਿਚਾਰ, ਕਰਮ ਦੇ ਮਾਰਗ ਤੇ ਤੁਰਨਾ ਅਤ ਲਾਜ਼ਮੀ ਹੈ, ਔਰ ਇਹ ਧਰਮਸਾਲ ਹੈ, ਔਰ ਇਹਦੇ ਵਿੱਚ ਕਰਮੀ ਹੋਏ ਵਿਚਾਰ ਦੀ ਅਸੀਂ ਦ੍ਰਿੜ ਭਾਵਨਾ ਨੂੰ ਦ੍ਰਿੜ ਕੀਤਾ ਕਰਨਾ ਔਰ ਕਰਾਉਣ ਵਾਸਤੇ ਵਚਨਬੰਧ ਹੈਗੀਆਂ ਕਿ ਸਿੱਖ ਆਪਣੇ ਕਰਮ ਨੂੰ ਵੇਖੇ। ਕਿਉਂ? ਕਰਮ ਦੀ ਪਹਿਲੀ ਨਿਸ਼ਾਨੀ ਹੈ ਕਿ ਇੱਕ ਫਿੱਕਾ ਨਾ ਗਲ ਆਏ, ਕਿ ਆਪਣੇ ਮੂੰਹ ਤੋਂ ਫਿੱਕਾ ਬਚਨ ਨਹੀਂ ਬੋਲਣਾ, ਕਿਉਂਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਔਰ ਇਹ ਕਰਮ ਦੀ ਆਰੰਭਤਾ ਹੀ ਜ਼ੁਬਾਨ ਤੋਂ ਹੁੰਦੀ ਹੈ। ਪਹਿਲੀ ਜ਼ੁਬਾਨ ਦ੍ਰਿੜ ਹੋਏਗੀ ਤੇ ਫਿਰ ਜਾ ਕੇ ਜੀਵਨ ਦੇ ਵਿੱਚ ਕਰਮਾਂ ਦੇ ਵਿੱਚ ਅਸੀਂ ਕਾਬੂ ਕਰ ਸਕਦੇ ਹਾਂ ਜੇ ਮਾੜੇ ਨੇ। ਪਹਿਲਾਂ ਤੇ ਜ਼ੁਬਾਨ ਕਾਬੂ ਕਰਨੀ ਹੈ, ਜਿਹਦਾ ਆਰੰਭਤਾ ਅਸੀਂ ਪੜ੍ਹੀ ਸੀ ਕਿ ਮੋਹੋਂ ਕਿ ਬੋਲਣ ਬੋਲੀ ਹੈ ਜਿਤ ਸੁਣ, ਕਿ ਉਹ ਕੀ ਬੋਲਾਂ ਮੈਂ ਕਿ ਜਿਹਨੂੰ ਸੁਣ ਕੇ ਉਹ ਮੇਰੇ ਨਾਲ ਪਿਆਰ ਕਰਨ ਲੱਗ ਜਾਏ। ਜਿਤ ਸੁਣ ਧਰੇ ਪਿਆਰ, ਇਹਦਾ ਮਤਲਬ ਕਰਮ ਦੀ ਆਰੰਭਤਾ ਜ਼ੁਬਾਨ ਤੋਂ ਹੋਣੀ ਹੈ। ਮੈਂ ਕੀ ਅੱਗੇ ਰੱਖਾਂ ਫਿਰ ਕੇ ਅੱਗੇ ਰੱਖਿਆ, ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ। ਪਰ ਇਸ ਕਰਮ ਨੂੰ ਦ੍ਰਿੜ ਕਰਨ ਦੀ ਜਿਹੜੀ ਪ੍ਰੈਕਟਿਸ ਹੈ, ਜਿਹੜੀ ਮਸ਼ੱਕਤ ਹੈ, ਉਹ ਮਸ਼ੱਕਤ ਹੈ ਜਿਹਨੂੰ ਪਿੱਛੇ ਪੜ੍ਹ ਕੇ ਆਇਆ। ਇੱਕ ਦੂਜੀ ਭਉ ਲੱਖ ਹੋਵੇ ਲੱਖ ਹੋਵੇ, ਲੱਖ 20 ਲੱਖ ਲੱਖ ਗੇੜਾ ਆਖੀਆਂ ਏਕ ਨਾਮ। ਤੇ ਇਹ ਕਦ ਜਪੜਾ? ਇਹ ਜਪੜਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਫਿਰ ਕੀ ਹੋਏਗਾ? ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਗੁਰੂ ਆਪਣੀ ਬਖਸ਼ਿਸ਼ ਦਾ ਕਪੜਾ ਦੇਗਾ, ਜਿਸ ਕਪੜੇ ਕਰਕੇ ਸਾਡੇ ਕੀਤੇ ਹੋਏ ਪੁਰਾਣੇ ਕਰਮਾਂ ਨੂੰ ਗੁਰੂ ਢੱਕ ਦੇਗਾ। ਇਹ ਪੁਰਾਣੇ ਕਰਮਾਂ ਨੂੰ ਢੱਕਣ ਦੀ ਕਰਮੀ ਬਖਸ਼ਿਸ਼ ਵਾਲੀ ਦਾਤ ਹੈ। ਇਹ ਦਾਤ ਜਦ ਗੁਰੂ ਕਾ ਸਿੱਖ ਧਰਮ ਖੰਡ ਕਮਾਉਣ ਦੀ ਅਵਸਥਾ ਤੋਂ ਗਿਆਨ ਖੰਡ ਵਿੱਚ ਪਹੁੰਚਦਾ, ਉਹਨੂੰ ਪਤਾ ਲੱਗਦਾ ਇਹ ਗਿਆਨ ਮੈਂ ਨਹੀਂ ਕਮਾ ਸਕਦਾ, ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇਂ, ਸਰੀਰ ਵਾਲੀ ਅਵਸਥਾ ਹੁੰਦੀ ਹੈ। ਇਸ ਅਵਸਥਾ ਦੇ ਵਿੱਚ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਕੀਤਾ ਜਾਂ ਮੈਂ ਕਰਾਂਗਾ। ਨਹੀਂ, ਕਰਾਉਣ ਵਾਲਾ ਤੇ ਕਰਨ ਵਾਲਾ ਉਹ ਹੁੰਦਾ ਹੈ, ਕਿਉਂਕਿ ਇਹ ਗਿਆਨ ਆਪਣੀ ਹੁਜਤ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਗਿਆਨ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ। ਇਹ ਉਹ ਅਵਸਥਾ ਹੈ ਜਿਹੜੇ ਅੰਦਰੋਂ ਪ੍ਰਗਟ ਹੁੰਦੀ ਹੈ, ਜਿਹੜਾ ਗਿਆਨ ਦਾ ਚਸ਼ਮਾ ਅੰਦਰੋਂ ਫੁੱਟਦਾ ਹੈ। ਔਰ ਇਸ ਗਿਆਨ ਨੂੰ ਸਤਿਗੁਰੂ ਜੀ ਕਹਿੰਦੇ ਹੈ, ਇਹ ਗਿਆਨ ਪਹਿਲਾਂ ਪਵਨ ਪਾਣੀ ਵੈ ਸੰਤਰ ਕੇ ਭਾਵ ਕਿ ਇਸ ਧਰਤੀ ਦੇ ਉੱਤੇ ਮੌਸਮਾਂ ਦੀ, ਫਿਰ ਇਸ ਧਰਤੀ ਦੇ ਉੱਤੇ ਗਿਆਨ ਰੂਪ ਦੇ ਵਿੱਚ ਇਹ ਪਤਾ ਲੱਗਦਾ ਕਿ ਕੌਣ ਕੌਣ ਤੇ ਕੀ ਬਣਾ ਰਿਹਾ। ਕਿ ਵਾਹਿਗੁਰੂ ਨੇ ਕਈ ਬ੍ਰਹਮਾ ਜੀ ਵਰਗੇ ਪੈਦਾ ਕੀਤੇ ਨੇ, ਜਿਹੜੀ ਇੱਥੇ ਘਾੜਤ ਘੜਨ ਵਾਸਤੇ ਉਸ ਰੱਬ ਦੀ ਸੇਵਾ ਵਿੱਚ ਲੱਗੇ ਹੋਏ ਨੇ, ਕਿ ਉਹ ਆਪ ਕਰਾ ਰਿਹਾ। ਕਿੰਨੀਆਂ ਕੁ ਕਰਮ ਭੂਮੀਆਂ ਨੇ, ਕਿੱਥੇ ਇੱਥੇ ਕਿੰਨੇ ਕੁ ਸੂਰਮੇ ਨੇ, ਤੇ ਕਿੰਨੇ ਕੁ ਇੱਥੇ ਸੂਰਜ ਤੇ ਚੰਦਰਮਾ ਨੇ, ਤੇ ਇੱਥੇ ਮੰਡਲ ਦੇਸ਼ ਨੇ, ਕੋਈ ਅਨੰਤ ਨਹੀਂ ਹੈ, ਕੋਈ ਇਹਦੀ ਗਿਣਤੀ ਨਹੀਂ ਹੈ। ਔਰ ਕਿਤੇ ਦੇਵ ਦਾਨਵ ਮੁਨ ਕਿਤੇ ਰਤਨ ਸਮੁੰਦ, ਕਿੰਨੇ ਕੁ ਸਮੁੰਦਰ ਤੇ ਕਿੰਨੇ ਰਤਨ ਨੇ ਇਸ ਧਰਤੀ ਦੇ ਉੱਤੇ। ਕਿਵੇਂ ਬਿਆਨ ਕਰੀਏ? ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਦੀ ਅਵਸਥਾ ਹੈ। ਇਸ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕੇਤੀਆਂ ਖਾਣੀ ਕੇਤੀਆਂ ਬਾਣੀ, ਕਿੰਨੀਆਂ ਭਾਸ਼ਾਵਾਂ ਇੱਥੇ ਬੋਲੀਆਂ ਜਾਂਦੀਆਂ ਨੇ। ਕਿਤੇ ਪਾਤ ਕਹਿੰਦੇ ਰਾਜਾ ਪਾਤਸ਼ਾਹ, ਨਰਿੰਦ ਕਹਿੰਦੇ ਹੈ ਇਸ ਧਰਤੀ ਦੇ ਉੱਤੇ ਹੁਕਮ ਚਲਾਉਣ ਵਾਲੇ, ਜਾਂ ਕਿਸੇ ਵੀ ਰੂਪ ਦੇ ਵਿੱਚ ਅਸੀਂ ਕਹੀਏ ਕਿ ਰੱਬ ਦਾ ਨਾਮ ਲੈਣ ਵਾਲੇ। ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ, ਕੁਦਰਤ ਕਵਨ ਕਹਾ ਵਿਚਾਰ, ਵਾਰੇ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਕਿਉਂਕਿ ਅਨੰਤ ਹੈ। ਅੱਗੇ ਅੱਜ ਵਿਚਾਰ ਆਰੰਭ ਕਰੀਏ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਿਹੜੀ ਗਿਆਨ ਖੰਡ ਦੀ ਪੌੜੀ ਅਸੀਂ 35ਵੀਂ ਕੱਲ ਪੜ੍ਹੀ ਸੀ, ਉਹਦਾ ਨਾਮ, ਉਹਦਾ ਜ਼ਿਕਰ ਹੁਣ ਸਤਿਗੁਰੂ ਜੀ ਨੇ ਇਸ ਪੌੜੀ ਦੀ ਆਰੰਭਤਾ ਵਿੱਚ ਕੀਤਾ ਹੈ। ਇੱਕ ਵਾਰੀ ਫਿਰ ਅਸੀਸ ਬਖਸ਼ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਗਿਆਨ ਖੰਡ ਦੀ ਅਵਸਥਾ ਤੇ ਜਦ ਕੋਈ ਜਿਗਿਆਸੂ ਪਹੁੰਚਦਾ, ਉੱਥੇ ਐਸਾ ਪ੍ਰਚੰਡ ਕੈਸੇ ਤਾਕਤ ਵਾਲਾ ਗਿਆਨ ਹੁੰਦਾ ਜਿਹੜਾ ਆਪਣੀ ਮੱਤ ਵਾਲਾ ਨਹੀਂ ਹੁੰਦਾ।
ਆਪਣੀ ਤਾਕਤ ਆਪਣੀ ਪੜ੍ਹਾਈ ਵਾਲਾ ਜਾਂ ਆਪਣੀ ਹਉਮੈ ਵਾਲਾ ਨਹੀਂ ਹੁੰਦਾ, ਉਹ ਪ੍ਰਚੰਡ ਹੁੰਦਾ, ਉਹਦਾ ਹੁੰਦਾ ਜਿਸ ਗਿਆਨ ਅੱਗੇ ਸਾਰੇ ਗਿਆਨ ਫਿੱਕੇ ਪੈਂਦੇ ਆ। ਇਹਨੂੰ ਕਿਹਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ, ਇਹ ਪ੍ਰਚੰਡ ਹੈ। ਇਹ ਐਸਾ ਗਿਆਨ ਦਾ ਪ੍ਰਚੰਡ ਸੂਰਜ ਅੰਦਰ, ਜਿਹਨੂੰ ਕਿਹਾ ਕਿ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ, ਪ੍ਰਚੰਡ ਇਹ ਤੀਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਇਹ ਅੰਦਰੋਂ ਬਲਦਾ ਹੈ ਔਰ ਆਪਣੀ ਹੁਜਤ ਨਾਲ ਕੋਈ ਨਹੀਂ ਬਾਲ ਸਕਦਾ। ਇਹ ਉਹਦੀ ਕਿਰਪਾ ਦੇ ਨਾਲ, ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਗਿਆਨ ਖੰਡ ਦੀ ਅਵਸਥਾ ਹੈ। ਇਹ ਬਾਹਰੋਂ ਨਹੀਂ ਹੈ, ਇਹ ਅੰਦਰ ਦੀ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇਸ ਅਵਸਥਾ ਦੇ ਵਿੱਚ ਗਿਆਨ ਦਾ ਤੇਜ ਪ੍ਰਕਾਸ਼ ਅੰਦਰ ਪ੍ਰਚੰਡ ਹੁੰਦਾ ਹੈ, ਜਿਸ ਗਿਆਨ ਨੂੰ ਮਹਾਰਾਜ ਜੀ ਦੇ ਬਾਬਤ ਭਾਈ ਗੁਰਦਾਸ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੁਆ, ਜਿਉਂ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਾਰੀ ਅਗਿਆਨਤਾ ਬੁੱਝ ਜਾਂਦੀ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ, ਵਾਹ ਵਾਹ। ਉਸ ਅਵਸਥਾ ਦੇ ਵਿੱਚ ਅਨਹਦ ਨਾਦਾਂ ਦੀ ਐਸੀ ਅੰਦਰੋਂ ਝੜੀ ਫੁਰਦੀ ਹੈ, ਐਸੀਆਂ ਧੁਨਾਂ ਛਿੜਦੀਆਂ ਨੇ ਜਿਸ ਨੂੰ ਆਨੰਦ ਹੀ ਆਨੰਦ ਕਿਹਾ ਜਾ ਸਕਦਾ ਹੈ। ਅਤੇ ਕਿੰਨਾ ਕੁ ਹੈ ਉਹ ਵਿਨੋਦ ਹੈ। ਵਿਨੋਦ ਦਾ ਮਤਲਬ ਹੈ ਹਰਖ। ਆਨੰਦ ਵਿਨੋਦ ਇਕੱਠੇ ਲਫ਼ਜ਼ ਬਾਣੀ 'ਚ ਬਹੁਤ ਵਾਰੀ ਆਏ ਨੇ ਕਿ ਐਸੇ ਅਸਚਰਜ ਤਮਾਸ਼ੇ ਹੈ ਉਸ ਪਾਰਬ੍ਰਹਮ ਪਰਮੇਸ਼ਵਰ ਦੀ ਰਚਨਾ ਦੇ, ਜਿਹੜੇ ਬਾਹਰੋਂ ਨਹੀਂ ਤੁਹਾਨੂੰ ਦਿਸਣਗੇ। ਇਹ ਤੇ ਸਰਗੁਣ ਨੂੰ ਨਿਰਗੁਣ ਰੂਪ ਤੇ ਨਿਰਗੁਣ ਨੂੰ ਸਰਗੁਣ ਕਰਨ ਦੀ ਅਵਸਥਾ ਹੈ। ਜੋ ਸਰਗੁਣ ਦਾ ਮਤਲਬ ਦਿਖ ਰਿਹਾ ਹੈ, ਉਹ ਹੁਣ ਨਿਰਗੁਣ ਅੰਦਰ ਜਾਪੇਗਾ। ਉਹਦੇ ਵਿਨੋਦ, ਉਹਦੇ ਆਨੰਦ ਤਮਾਸ਼ੇ ਦਿਖਣਗੇ ਉਸ ਜਿਗਿਆਸੂ ਨੂੰ। ਉਹਦੇ ਨਾਦ ਸੁਣੇਗਾ, ਉਹਦੇ ਵਿਨੋਦ। ਕੋਡ ਕਹਿੰਦੇ ਕੋਟ, ਕਰੋੜਾਂ, ਜਿਹਦੀ ਕੋਈ ਗਿਣਤੀ ਨਹੀਂ। ਕੋਡ ਆਨੰਦ, ਇੰਨਾ ਕੁ ਆਨੰਦ ਹੈ ਜਿਸ ਆਨੰਦ ਨੂੰ ਗਿਣਿਆ ਨਹੀਂ ਜਾ ਸਕਦਾ ਜੀ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਧਰਮ ਖੰਡ ਦਾ ਇਹ ਧਰਮ ਸੀ ਕਿ ਕਰਮ ਦੇ ਮਾਰਗ ਤੇ ਤੁਰਨਾ ਹੈ ਤੇ ਮੋਹ ਨਹੀਂ ਪਾਉਣਾ ਕਿ ਧਰਮਸਾਲ ਹੈ ਤੇ ਇੱਥੋਂ ਤੁਰਨਾ ਹੈ ਭਾਈ। ਜਿਹਨੂੰ ਇਹ ਪ੍ਰਚੰਡ, ਇਹ ਦ੍ਰਿੜ ਹੋ ਜਾਏਗਾ, ਉਹੀ ਧਰਮ ਕਮਾਏਗਾ। ਫਿਰ ਉਹਨੂੰ ਪਤਾ ਲੱਗੇਗਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦ ਗਿਆਨ ਦੀ ਅਵਸਥਾ ਹਾਸਿਲ ਹੁੰਦੀ ਹੈ, ਆਪਣੇ ਪੜੇ ਹੋਏ ਸਾਰੇ ਗਿਆਨ ਫਿੱਕੇ ਹੋ ਜਾਂਦੇ ਆ, ਉਹ ਨਿਕਲ ਜਾਂਦੇ ਆ, ਉਹ ਖਤਮ ਹੋ ਜਾਂਦੇ ਆ। ਉਹ ਅਹੰਗ ਵਾਲੇ ਨਹੀਂ ਹੁੰਦੇ, ਉਹ ਗੁਰੂ ਦੀ ਦਾਤ ਵਾਲੇ ਹੁੰਦੇ ਆ। ਉਹ ਉਹਨੇ ਦਿੱਤਾ ਹੋਇਆ। ਜੇ ਮੈਂ ਕੋਈ ਦਾਵਾ ਕਰਾਂ ਕਿ ਮੇਰੇ ਕੋਲ ਹੈ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਇਹ ਗਿਆਨ ਨਹੀਂ ਚਲੇਗਾ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਇਹ ਝੂਠ ਹੈ। ਉਹਦਾ ਗਿਆਨ ਪ੍ਰਚੰਡ ਹੈ। ਅਤੇ ਇਸ ਅਵਸਥਾ ਤੋਂ ਬਾਅਦ ਜਿਹੜੀ ਅਵਸਥਾ ਵਰਤਦੀ ਹੈ ਸ਼ਰਮ ਖੰਡ ਦੀ, ਔਰ ਇਹ ਅਵਸਥਾ ਘੜਨ ਵਾਲੀ ਹੈ। ਕਿਸ ਤਰ੍ਹਾਂ? ਆਪਣੇ ਹੱਥ ਵਿੱਚ ਛੈਣੀ ਅਤੇ ਆਪਣੇ ਹੱਥ ਵਿੱਚ ਹਥੌੜਾ ਲੈ ਕੇ ਇੱਕ ਜਿਗਿਆਸੂ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਵਿੱਚ ਘੜਦਾ, ਗੁਰੂ ਦੇ ਹੁਕਮ ਵਿੱਚ ਘੜਦਾ। ਸ਼ਰਮ ਦੇ ਅਰਥ ਬਹੁਤ ਸਾਰੇ ਨੇ। ਇਹ ਸ਼ਰਮ ਦੇ ਅਰਥ, ਇੱਕ ਸ਼ਰਮ ਜਿਹਨੂੰ ਕਹਿੰਦੇ ਆ ਕਿ ਲਾਜ ਆ ਜੇ, ਲਾਜ ਮਰੰਤੀ ਵਾਲਾ ਵੀ ਆਇਆ। ਸ਼ਰਮ ਦੇ ਅਰਥ ਨੇ ਮਸ਼ੱਕਤ ਕਰਨਾ, ਅਤੇ ਸ਼ਰਮ ਦੇ ਅਰਥ ਨੇ ਜਿਹਨੂੰ ਭਾਈ ਵੀਰ ਸਿੰਘ ਬਿਲਕੁਲ ਵੱਖਰੇ ਕਰਦੇ ਨੇ। ਉਹ ਕਰਦੇ ਨੇ ਜਿਹੜੇ ਸ਼ਰਮ ਦੇ ਅਰਥ ਕਰਦੇ ਆ ਸ਼ਰਮਮਮ, ਸ਼ਰਮਾ ਮਨ, ਹਾਂ ਸ਼ਰਮਮਮ ਮਨ ਕਰਦੇ ਆ। ਸ਼ਰਮ ਪਲੱਸ ਮਨ, ਇਹਦਾ ਮਤਲਬ ਬਣਦਾ ਹੈ ਆਨੰਦ ਦੀ ਐਸੀ ਅਵਸਥਾ ਜਿਸ ਆਨੰਦ ਤੋਂ ਬਾਅਦ ਫਿਰ ਉਹ ਬੰਦਾ ਵਾਪਸ ਨਹੀਂ ਆ ਸਕਦਾ। ਸ਼ਰਮ ਖੰਡ ਇੱਕ ਐਸੀ ਪਰਮ ਪੁਰਖ ਕੀ ਘਾਟੀ ਹੈ ਜਿਹੜਾ ਪਿੱਛੇ ਮੁੜ ਕੇ ਵਾਪਸ ਨਹੀਂ ਜਾਇਆ ਜਾ ਸਕਦਾ। ਪਰ ਅੱਗੇ ਤੁਰਨ ਵਾਸਤੇ ਵੀ ਭਾਈ ਵੀਰ ਸਿੰਘ ਕਹਿੰਦੇ ਆ ਕਿ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਸੋ ਇਹ ਸ਼ਰਮ ਦੇ ਤਿੰਨ ਅਰਥ ਨੇ ਵਿਦਵਾਨਾਂ ਦੇ ਕੀਤੇ ਹੋਏ। ਪਹਿਲਾ ਹੈ ਲਾਜ, ਦੂਸਰਾ ਹੈ ਮਸ਼ੱਕਤ, ਅਤੇ ਤੀਸਰਾ ਹੈ ਸ਼ਰਮ ਮਨ, ਜਿਹਨੂੰ ਭਾਈ ਵੀਰ ਸਿੰਘ ਕਹਿੰਦੇ ਆਨੰਦ ਦੀ ਅਵਸਥਾ। ਇਹ ਦੋ ਜ਼ਿਆਦਾ ਢੁਕਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਸ਼ਰਮ ਦਾ ਅਰਥ ਕਰਦੇ ਨੇ ਮਸ਼ੱਕਤ, ਦ੍ਰਿੜ ਸਾਧਨਾ, ਅਤੇ ਭਾਈ ਵੀਰ ਸਿੰਘ ਕਰਦੇ ਨੇ ਆਨੰਦ। ਔਰ ਗੁਰੂ ਕੇ ਸਿੱਖ ਦੀ ਅਵਸਥਾ, ਇਹ ਦੋਨੋਂ ਹੀ ਸਮਝ ਆਉਂਦੀ ਹੈ ਇਸ ਬਾਣੀ ਦੇ ਇਸ ਪਦੇ ਦੇ ਵਿੱਚ ਕਿ ਇਸ ਆਨੰਦ ਵਾਲੀ ਅਵਸਥਾ ਦੇ ਵਿੱਚ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਕਿ ਇਸ ਅਵਸਥਾ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਗੁਰੂ ਕਾ ਸਿੱਖ ਸਿਮਰਨ ਕਰ ਰਿਹਾ ਸੀ, ਪਰ ਹੁਣ ਉਸ ਸਿਮਰਨ ਦੇ ਵਿੱਚ ਤੇ ਸ਼ਰਮ ਖੰਡ ਦੀ ਅਵਸਥਾ ਵਿੱਚ ਫਰਕ ਹੈ। ਕਹਿੰਦੇ ਕੀ ਫਰਕ ਹੈ? ਪਹਿਲਾਂ ਉਹ ਸਿਮਰਨ ਕਰਕੇ ਕਹਿ ਰਿਹਾ ਸੀ ਕਿ ਮੈਂ ਕਰਦਾ, ਪਰ ਇਸ ਅਵਸਥਾ ਦੇ ਵਿੱਚ ਉਹ ਸਿਮਰਨ ਕਰਕੇ ਕਹਿੰਦਾ ਕਿ ਮੈਂ ਨਹੀਂ ਕਰਦਾ, ਮੈਂ ਇੰਨਾ ਸ਼ਰਮ ਕਰ ਹੀ ਨਹੀਂ ਸਕਦਾ, ਮੈਂ ਇੰਨਾ ਸਿਮਰਨ ਕਰ ਹੀ ਨਹੀਂ ਸਕਦਾ, ਇੰਨੀ ਮਸ਼ੱਕਤ ਮੇਰੇ ਵੱਸ ਦੀ ਹੈ ਹੀ ਨਹੀਂ। ਸ਼ਰਮ ਖੰਡ ਕੀ ਬਾਣੀ ਰੂਪ, ਰੂਪ ਦਾ ਮਤਲਬ ਹੈ ਘੜਨਾ।
ਸੁੰਦਰਤਾ, ਘੜੀ ਜਾਣਾ, ਇਹਦੇ ਅੰਦਰ ਘੜਦਾ ਕੀ ਕੁਝ ਘੜਦਾ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਅਨੂਪ ਕਹਿੰਦੇ ਸੁੰਦਰ ਤੋਂ ਸੁੰਦਰ, ਇੰਨਾ ਸੁੰਦਰ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। प्रिय के बचन सुखाने ही अरे यह चाल बनी है भली। लटुरी मधुरी ठाकुर भाई, विंगी टेढ़ी मानसिक अवस्था भी गुरु काट देंदा है। लटुरी मधुरी का मतलब टेढ़ी मेढ़ी, मधुरी कहते गिट्ठी, ठाकुर भाई वो काटती उन्हें। वो सुंदर हर ढुल मिली अनूप, वो टेढ़ी मेढ़ी अवस्था को भी सुंदर बना देंदा है। शर्मखंड ऐसी अवस्था है जिहदे विच घड़िया जाता है। शर्मखंड की बाणी रूप तिथै घाड़त घड़िया बहुत अनूप। पर यह बड़ी खूबसूरत घड़ी जाती है। इस खूबसूरती ਨੂੰ दुनिया के किसी लफ्ज़ ਦੇ ਵਿੱਚ ਬਿਆਨ नहीं किया जा सकता जी। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। बस स्पष्ट कर दिता कि ये ऐसी घाड़त है, ये ऐसी खूबसूरती, ऐसी सुंदरता है जिहदी गल्लां कोई बयान नहीं कर सकता। जिन्हों कौन बयान करे। देखो सब तो छोटे, क्योंकि ये 36ਵੀਂ पौड़ी सब तो छोटी पौड़ी है और शर्मखंड दीयां तुकां बड़ियां घट ने, जिहदे विचों कुल 6 तुकां ने। 6 विचों भी पहली ज्ञानखंड वाली चली गई, उस तो बाद फिर 2 तुकां कि उहदियां गल्लां बयान नहीं कीतियां जा सकदियां, जे कोई करदा ते पछताउंदा। ते कुल मिला के सिर्फ 2-3 तुकां शर्मखंड दीयां महाराज ने कईयां। एक घड़दा ऐसा घड़दा जिस घड़त नूं बयान नहीं किया जा सकता। जिमें इस बाणी दे सच नूं गुरु ग्रंथ साहब विचों जे दर्शन करोगे कि किन्ना क सुंदर वो घड़िया गया। फिर वो हुणे पढ़ के आया, मन्ने की गत जिन्हें मान लिया वो ऐसा घड़िया गया जिन्हों बयान ही नहीं कर सकिया। ये बिल्कुल सामने रखोगे ना बराबर, मन्ने वाली पौड़ी दियां ये पहली जिहड़ी पौड़ी चलती है चारां विचों, ते आ वालियां तुकां इकट्ठियां रखोगे तो इउं लगेगा जिस तरह बिल्कुल बराबर की अवस्था है। वो घाड़त घड़े नूं कोई बयान नहीं कर सकता। ताकियां गल्लां ही पढ़ना है। ताकियां गल्लां कथियां ना जाहें, वो कथन नहीं कीतियां जा सकदियां। जे को कहे पिछे पछताए। ये ऐसी अवस्था है जिहड़ी अगम है, जिहड़ी असंख है, जिहड़ी अमुल है। अगम अगम असंख लो असंख कहें सिर भार होए। जे कोई बयान करेगा तो उसके सिर ते भार ही चढ़ेगा। जे कोई कहे मैं आख दवां, पर वो तो फिर मूर्ख होएगा ना। इनू महाराज जी कहते जे को आखै बोल विगाड़, वो आखण का यतन करेगा तो विगड़े बोल ही होणगे। क्यों? वो की होएगा? अंत विच सियाणा गिणिया जाएगा? नहीं। जे को आखै बोल विगाड़ ता लिखिया सिर गावारां गावार। वो गवार, क्योंकि इनू बयान नहीं किया जा सकता। ताकियां गल्लां कथियां ना जाए, जे को कहे पिछे पछताए। वो बयान कर करके दर्शन देखत ही सुध की ना सुध रही बुध की ना। क्योंकि पिछे गुरु नानक साहब महाराज कह के आए ने कि कच पकाई उथै पाए नानक गया जापै जाए। जे उस अवस्था ते पहुँचोगे तो पता लगेगा कि की वरत रहा है। उस अवस्था ते पहुँचे बिना तो महाराज कहते गल्लां ही ने। उत्थे पहुँच के पता लगेगा कि कच्चे करम, कच घड़च करम ते सच्चे करम का निबेड़ा होंदा है। उत्थे पता लगता है जिन्हों ने ध्याया उन्होंने सत्कार मिलते हैं, उन्होंने सरूपा मिलता है, जिसका जिक्र गुरु अमरदास जी सद बाणी विच करते हैं। मित पैज है मित बिगस है, जिस मित की पैज भावै। ये पंच प्रमाण पंच प्रधान होंदा है। उत्थे गया जाके पता लगता है की अवस्था है। तो इनू कोई बयान करने का यतन करे तो वह फिर पछताउंदा, जिन्हों भाई गुरदास कहते हैं दर्शन देखत ही सुध की ना सुध रही बुध की ना बुध रही मत में ना मत है। ये सब कुछ तुसी इसी पौड़ी दे विच अगली तुकां विच पढ़ोगे। ना सुध ना मत ना बुध ना मन। इनू अगे हुण बयान करिए नाल नाल ताकि ये गल स्पष्ट हो जाए। क्योंकि ये अवस्था अद्भुत परमद बुध बिस्मय बिस्म आश्चर्य आश्चर्य अत अत है। इस अवस्था नूं जे को कहे पिछे पछताए बयान नहीं किया जा सकता। सिर्फ इनू कोई विरला पहुँच के मानदा है जी। तिथै घड़िए सुरत मत मन बुध, तिथै घड़िए सुरां सिद्धां की सुध। इस अवस्था च की घड़िया जाता है सानू भी तो पता लगे। महाराज कहते आ कुछ घड़िया जाता है। सुरत घड़ी जाती है, मत घड़ी जाती है, मन ते बुध घड़िया जाता है।
इस अवस्था ते ये नाल ही इस पौड़ी दे नाल मन्ने दी पौड़ी रख के देखो, मन्ने की गत कही ना जाए, जे को कहे पिछे पछताए। तिथै ये हुणे ही पढ़ के आया कि ये इस रूप नूं कौन बयान करेगा, कोई कह थोड़ी सकता है कि ताकियां गल्लां कथियां ना जाए, जे को कहे पिछे, मन्ने की गत कही ना जाए, जे को कहे पिछे पछताए। फिर अगे पढ़दे हां, मन्नै सुरत होवै मन बुध, मन्नै सगल भवन की सुध। हुण सुरत मन ते सुध उत्थे पढ़ के आया, ਇੱਥੇ भी महाराज जी ਇਹਦਾ ही जिक्र करते हैं कि ਇਹਦਾ मतलब है कि सुरत मत मन बुध। मन नन्ने नूं सिहारी दे नाल है, जिथे मन नन्ने नूं सिहारी नाल आए ना, उत्थे मन क्वेश्चन मार्क वाला हो जाता है कि ये मन दे अंदर भी है तो ये मन आत्मा भी है। गुरु ग्रंथ साहब जी दे विच मन कल्ला मन नूं माइंड नूं संबोधन नहीं है, मन आत्मा नूं भी संबोधन है। इस तुक नूं पढ़न खोलण वास्ते बहुत मशक्कत करनी पैंदी है। पहलां ਸਾਹਿਬ ਸਿੰਘ ਨੂੰ ਪੜ੍ਹਿਆ, ਫਿਰ ਭਾਈ ਵੀਰ ਸਿੰਘ ਨੂੰ ਪੜ੍ਹਿਆ, ਫਿਰ ਡਾਕਟਰ ਗੁਲਜ਼ਾਰ ਸਿੰਘ ਕੰਗ ਨੂੰ ਪੜ੍ਹਿਆ। ਉਹਨਾਂ ਨੇ ਇਸ਼ਾਰਾ ਕੀਤਾ ਡਾਕਟਰ ਜਸਵੰਤ ਸਿੰਘ ਨੇਕੀ ਵੱਲ। ਫਿਰ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਗੁਰਮਤ ਮਨੋਵਿਗਿਆਨ ਵਿੱਚੋਂ 5 ਖੰਡਾਂ ਨੂੰ ਵੇਖਿਆ। ਉਹਨਾਂ ਨੇ ਬੜਾ ਕਮਾਲ ਦਾ ਖੋਲ੍ਹਿਆ ਡਾਕਟਰ ਜਸਵੰਤ ਸਿੰਘ ਨੇਕੀ ਨੇ। ਕਹਿੰਦੇ ਸੁਣੋ ਇਹ ਕੀ ਗੱਲਾਂ ਨੇ। ਸੁਰਤ ਮਤ ਮਨ ਬੁੱਧ, ਇਹਨੂੰ वेदांत अंतशकरण कहती है कि ये पिछे चलती रही है। पर भाई वीर सिंह कहते गुरु नानक साहब इनू कदी अंतशकरण के रूप दे विच नहीं लेंदे। हाँ, इनू चतुष्टय भी आख्या वेदांत ने। चतुष्टय की है? मन बुद्ध चित अहंकार। ये चतुष्टय है, हर धर्म में चलता, वेदांत में आउंदा है मन बुद्ध चित ते अहंग। इत्थे भाई वीर सिंह कहते बाकी गुरु नानक साहब महाराज ये चतुष्टय की गल करते हैं। इस गल नूं समझियो। इस अवस्था दे विच सुरत मत मन बुद्ध कि इस मन बुद्ध नूं किवें घड़िया जांदा है। महाराज जी की बाणी दे लई भाई डॉक्टर जसवंत सिंह ने की कहते हैं, एक विसर्जन हो रहा हुंदा है और एक सिरजन हो रहा हुंदा है। कि माड़ी मत का विसर्जन हो रहा हुंदा है ते सोहणी मत का सिरजन हो रहा हुंदा है। ये ऐसी अवस्था है जिस अवस्था नूं कोई बयान नहीं कर सकता कि ये कद वापरी घटना। हर गुण कहते कहण ना जाई, जैसे गूंगे की मिठियाई। ये किवें वापरी नहीं दसिया जा सकता। पर कबीर कहता वापर गई। कबीर साहब ने कहा वापर गई है, पर किवें वापरी नहीं। पहली करूप कुजात कुलखणी सौरह पई है बुरी, अब की स्वरूप सुजान सुलखणी सहजे उदर धरी। भली सरी मोई मेरी पहली बरी, जुग जुग जीवो मेरी अब की तरी। ऐसी अवस्था है जिस अवस्था दे विच गुरु का सिख अपने कर्मां नूं वेखदा है कि पूर्वले कर्मां दे लई कल्ला पछतावा नहीं करना, एवें रोई पिटी नहीं जाना, स्यापे नहीं करने, जां असीं ये नहीं कि असीं कोई यज्ञ कर लीए, साधना कर लीए कि उन्हां कीते होए कर्मां दी माफ़ी नहीं। उन्हां कर्मां नूं खत्म करन वास्ते एक दूजी भोला खोहे वाले रस्ते ते तुरना है। दिन रात जप साधना करनी है, अमृत वेले की साधना करनी है। दिन रात ध्यान वाले रस्ते ते तुरन तो बाद उन्होंने ये पता लगता कि इत्थे बहुता समा नहीं है मेरे कोल, हुण समा बहुत थोड़ा है। फिर उहदे अंदर इस अवस्था दे नाल प्रभु का ज्ञान प्रचंड प्रगट होंदा है। तो जद ज्ञान प्रचंड हो जाता है फिर उहदे अंदर ऐसी मशक्कत ऐसी घालना चलती है जिन्हों भाई गुरदास कहते हैं जाप सो अजपा जाप है। इन्ना श्रमी हो जाता है गुरु का सिख जिन्हों गुरु अर्जुन साहब कहते गुरमुख रोम रोम हर ध्यावै, कि एक नहीं करोड़ां जुबान शर्म करके पार ब्रह्म परमेश्वर का सिमरन कर रही होंदी है। जद ये सिमरन गुरु के सिख के अंदर वरतदा है फिर उन्होंने भी नहीं पता लगता कि ये सिमरन ये अजपा जाप उहदी सुरत मत मन बुद्ध नूं कद घड़ रहा है। वो रातों रात घड़िया। वाकई भाई वीर सिंह भी इनू कहते हैं कि पार ब्रह्म परमेश्वर का सिमरन रातों रात नहीं होंदा, पर सिमरन रातों रात नहीं होंदा, पर यह घटना रातों रात वापर जाती है। ये पता नहीं लगता कद वापर जाएगी। पर इस घटना नूं वापरन लई संत सिंह मस्कीन कहते सी करोड़ां वारी वाहिगुरू बोलना पेगा तां ये वाला वाहिगुरू बोलिया जाएगा। इस अवस्था नूं गुरु नानक साहब कहते हैं इस अवस्था नूं कोई बयान नहीं कर सकता। इस अवस्था 'च साडा चतुष्ट है घड़िया जाता है, साडी सुरत घड़ी जाती है, साडी मत साडा मन ते बुद्ध जिन्हों अहंग कहा। किवें कहते साडा अहंकार जिहड़ा अपना मैं वाला सी नहीं वो संपूर्ण हो जाता है। तो ही मोही मोही तो ही अंतर कैसा, अहंग खत्म हो गया। जब हम होते
ਤਬ ਤੂੰ ਨਾਹੀਂ। ਸੁਰਤ ਸੱਚੇ ਧਿਆਨ ਵਿੱਚ ਜੁੜਦੀ ਹੈ, ਠੀਕ ਹੈ। ਮਨ ਜਿਹੜਾ ਹੈ, ਆਤਮਾ ਪਵਿੱਤਰ ਹੁੰਦੀ ਹੈ। ਬੁੱਧ ਜਿਹੜੀ ਹੈ ਉਹ ਪਹਿਲੀ ਵਾਲੀ ਭੈੜੀ ਨਹੀਂ ਰਹਿੰਦੀ, ਉਹ ਬਿਲਕੁਲ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਹੋ ਜਾਂਦੀ ਹੈ। ਤੇ ਫਿਰ ਅੰਦਰ ਮਤ ਜਿਹੜੀ ਅਰਦਾਸ ਕਰਦੇ ਨਾ ਸਿੱਖਾਂ ਦਾ, ਮਨ ਨੀਵਾਂ ਮਤ ਉੱਚੀ, ਫਿਰ ਉਹ ਮਤ ਗੁਰੂ ਕੇ ਸ਼ਬਦ ਵਿੱਚ ਜੁੜਨ ਵਾਲੀ ਹੁੰਦੀ ਹੈ, ਜਿਹਨੂੰ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਉਹ ਸੁਧ ਕੋਈ ਆਮ ਨਹੀਂ ਹੈ, ਇਹ ਉਹ ਸੁਧ ਹੈ ਜਿਨ ਮਾਨਸ ਤੇ ਦੇਵਤੇ ਕੀਏ। ਉਹ ਸੁਰਾਂ ਵਾਲੀ ਹੈ, ਸੁਰਾਂ ਕਹਿੰਦੇ ਆ ਦੇਵਤਿਆਂ ਵਾਲੀ, ਸਿੱਧਾਂ ਵਾਲੀ, ਤੇ ਐਸੀ ਹੈ ਜਿਹੜੀ ਸਾਧਕਾਂ ਦੀ ਅਵਸਥਾ ਤੱਕ ਪਹੁੰਚ ਗਈ ਹੈ। ਸੁੱਧੀ, ਸੁੱਧ ਦਾ ਮਤਲਬ ਸਿੱਧੀ ਦੀ ਅਵਸਥਾ ਤੱਕ ਪ੍ਰਾਪਤ ਹੋ ਗਈ ਹੈ। ਇਸ ਅਵਸਥਾ ਦੇ ਵਿੱਚ ਜਿਹੜਾ ਗੁਰੂ ਕਾ ਸਿੱਖ ਤੁਰਦਾ ਹੈ, ਉਹ ਲੱਖਾਂ ਕਰੋੜਾਂ ਵਾਰੀ ਸਿਮਰਨ ਦੀ ਅਵਸਥਾ ਦੇ ਵਿੱਚੋਂ ਨਿਕਲ ਕੇ ਆਪਣੀ ਸੁਰਤ ਮਤ ਤੇ ਮਨ ਬੁੱਧ ਨੂੰ ਗੁਰੂ ਦੇ ਸ਼ਬਦ ਵਿੱਚ ਐਸਾ ਘੜਦਾ ਹੈ ਕਿ ਉਹ ਘੜੀ ਹੋਈ ਮਤ ਬੁੱਧ ਮੈਂ ਵਾਲੀ ਨਹੀਂ ਰਹਿੰਦੀ, ਉਹ ਤੂੰ ਵਾਲੀ ਹੋ ਜਾਂਦੀ ਹੈ, ਜਿਹਦੇ ਵਿੱਚ ਪਾਣੀ ਦੀ ਕੱਲੀ ਬੂੰਦ ਹੋਏ ਤੇ ਸੁੱਕ ਜਾਏਗੀ, ਪਰ ਜੇ ਉਹ ਪਾਣੀ ਦੀ ਬੂੰਦ ਸਰੋਵਰ ਨਾਲ ਮਿਲ ਜੇ ਤੇ ਉਹ ਕਦੀ ਨਹੀਂ ਸੁੱਕਦੀ। ਇਵੇਂ ਹੀ ਇਹ ਮਤ ਮਨ ਬੁੱਧ ਮੈਂ ਆਪਣੀ ਲੈ ਕੇ ਚੱਲ ਰਿਹਾ ਸੀ ਅੱਜ ਤੱਕ, ਪਰ ਜਦ ਇਹ ਉਹਦੇ ਵਿੱਚ ਸਮਾ ਗਈ, ਫਿਰ ਇਹਨੂੰ ਕਿਹਾ ਸਾਲਾਹ ਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ। ਇਹ ਕਿਵੇਂ ਹੋਇਆ ਨਾ ਜਾਣੀਐ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ। ਹਾਂਜੀ ਅੱਗੇ ਵੀ ਪੜੋ ਜੀ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਇਸ ਲਈ ਪੂਰੀ 4 ਤੁਕਾਂ ਅਸੀਂ ਪੜੀਆਂ ਨੇ, ਜਾਂ 2 ਪਦ ਇਸ ਲਈ ਪੜੇ ਨੇ ਤਾਂ ਕਿ ਸਪਸ਼ਟ ਹੋ ਜਾਏ ਕਿ ਜ਼ੋਰ ਬਿੰਦੀ ਲਾ ਕੇ ਭਾਈ ਸਾਹਿਬ ਨੇ ਪੜਿਆ, ਔਰ ਉਸ ਜ਼ੋਰ ਨੂੰ ਲਖਾਇਕ ਕਰਨ ਵਾਸਤੇ ਜੋਧ ਮਹਾਬਲ ਸੂਰਮਿਆਂ ਦੀ ਗੱਲ ਆਈ ਹੈ। ਇਸ ਕਰਕੇ ਇਹ ਜ਼ੋਰ ਹੈ ਕਿ ਕਰਮ ਖੰਡ ਕੀ ਬਾਣੀ ਜ਼ੋਰ। ਸ਼ਰਮ ਖੰਡ ਦੀ ਜਿਹੜੀ ਬਾਣੀ, ਬਾਣੀ ਦੀ ਮਤਲਬ ਅਵਸਥਾ, ਕਿਰਪਾ, ਕਲਾ, ਜਿੱਥੇ ਸ਼ਬਦ ਵਰਤਦਾ ਹੈ ਉਸ ਅਵਸਥਾ ਨੂੰ ਘੜਿਆ ਜਾਂਦਾ ਹੈ, ਰੂਪ ਹੈ। ਪਰ ਇਹ ਵਾਲੀ ਅਵਸਥਾ ਤਾਕਤ ਵਾਲੀ ਹੈ, ਇਹ ਸੂਰਮਿਆਂ ਵਾਲੀ ਹੈ। ਪਰ ਜਦ ਭਾਈ ਵੀਰ ਸਿੰਘ ਨੂੰ ਪੜ੍ਹੀਏ ਤੇ ਉਹ ਬਿਲਕੁਲ ਅਲੱਗ ਗੱਲ ਕਰਦੇ ਨੇ। ਕੱਲਾ ਪ੍ਰੋਫੈਸਰ ਸਾਹਿਬ ਸਿੰਘ ਜੀ ਇਹਨੂੰ ਜ਼ੋਰ ਤਾਕਤ ਵਾਲੀ ਅਵਸਥਾ ਕਹਿੰਦੇ ਆ। ਬਾਕੀ ਜਿੰਨੇ ਟੀਕੇ ਦਾਸ ਨੇ ਦੇਖੇ, ਬਾਕੀ ਸਾਰੇ ਟੀਕਿਆਂ ਵਾਲੇ ਉਹ ਜ਼ੋਰ ਕਰਦੇ ਆ ਕਿ ਇਸ ਅਵਸਥਾ ਦੇ ਵਿੱਚ ਗੁਰੂ ਕਾ ਸਿੱਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਉਹਦੀ ਸੁਰਤ ਸ਼ਬਦ ਦੇ ਵਿੱਚ ਜਿਹੜਾ ਯਤਨ ਕਰ ਰਹੀ ਹੁੰਦੀ ਹੈ ਨਾ, ਜਿਹਨੂੰ ਕਿਹਾ ਕਿ ਕੌਣ ਗੁਰੂ ਕਵਣ ਗੁਰੂ ਕਵਣ ਮਤ ਵੇਲਾ, ਕਿ ਕਿਵੇਂ ਹੈ, ਕੌਣ ਮੈਨੂੰ ਦੱਸ ਤੇ ਸਹੀ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ। ਉੱਥੇ ਜ਼ਿਕਰ ਕੀਤਾ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਤੋਂ ਪਹਿਲੀਆਂ ਅਵਸਥਾਵਾਂ ਦੇ ਵਿੱਚ ਜਿਗਿਆਸੂ ਸੁਰਤ ਤੇ ਸ਼ਬਦ ਦੇ ਮਿਲਾਪ ਦਾ ਯਤਨ ਕਰ ਰਿਹਾ ਹੁੰਦਾ ਹੈ, ਸ਼ਰਮ ਕਰਦਾ ਹੈ, ਪਰ ਸ਼ਰਮ ਤੋਂ ਬਾਅਦ ਕਰਮ ਦੀ ਅਵਸਥਾ, ਕਿਰਪਾ ਦੀ ਅਵਸਥਾ ਹੈ। ਇਹ ਕਰਮ ਦਾ ਮਤਲਬ ਨਾ ਸਾਡੇ ਕੀਤੇ ਜਾਣ ਵਾਲੇ ਕਿਰਤ ਕਰਮ ਨੇ ਤੇ ਨਾ ਹੋਰ ਕੁਛ। ਇਸ ਕਰਮ ਦਾ ਮਤਲਬ ਹੈ ਕਿਰਪਾ, ਬਖਸ਼ੀਸ਼। 20 ਵਿਸਵੇ ਦਾ ਜੁਗਤ ਜਾਂ ਮਿਹਨਤ ਸਿੱਖ ਕਰ ਸਕਦਾ, ਪਰ ਇੱਕ ਵਿਸਵਾ ਗੁਰੂ ਦੀ ਕਿਰਪਾ ਦਾ ਵਰਤੇਗਾ ਤੇ ਤਾਂ ਤੂੰ ਬਣੇਗਾ ਕੁਛ, ਤੇਰਾ ਕੀਤਾ ਹੋਇਆ ਕੁਛ ਨਹੀਂ ਆਪਣਾ। ਇਹ ਕਰਮ ਦਾ ਮਤਲਬ ਹੈ ਕਿਰਪਾ। ਕਿਰਪਾ ਦੀ ਅਵਸਥਾ ਤੱਕ ਪਹੁੰਚਿਆ, ਕਿਉਂਕਿ ਇਸ ਅਵਸਥਾ ਤੋਂ ਪਹਿਲਾਂ ਗੁਰੂ ਕਾ ਸਿੱਖ ਕਹਿੰਦਾ ਸੀ ਹਮ ਕੀਆ ਹਮ ਕਰਹਿੰਗੇ ਹਮ ਮੂਰਖ ਗਾਵਾਰ, ਪਰ ਇਸ ਅਵਸਥਾ ਵਿੱਚ ਆ ਕੇ ਕਹਿੰਦਾ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੇ ਹੈ ਸਰੀਰ। ਇਹ ਫਰਕ ਪੈ ਗਿਆ, ਚੌਥੀ ਅਵਸਥਾ 'ਚ ਪਲਟਾ ਪੈ ਗਿਆ, ਕਿਉਂਕਿ ਸੁਰਤ ਮਤ ਮਨ ਬੁੱਧ ਘੜੀ ਗਈ। ਹੁਣ ਪਤਾ ਲੱਗਿਆ ਮੈਂ ਕੌਣ ਹੈ ਕਰਨ ਵਾਲਾ, ਮੈਂ ਤੇ ਕਰ ਹੀ ਨਹੀਂ ਸਕਦਾ। ਇਸ ਅਵਸਥਾ ਨੂੰ ਤੇ ਤੂੰ ਸੁਲਤਾਨ ਕਹਾ ਹੋ ਮੀਆਂ ਆਖਿਆ। ਇਸ ਅਵਸਥਾ ਦੇ ਵਿੱਚ ਕੌਣ ਬਿਆਨ ਕਰੇਗਾ। ਕੁਦਰਤ ਕਵਣ ਕਹਾ ਵਿਚਾਰ ਹੈ। ਇਸ ਅਵਸਥਾ 'ਚ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ। ਇਹ ਉਹ ਅਵਸਥਾ ਹੈ ਜਿੱਥੇ ਤਾਕਤ ਦੀ ਹੈ। ਪਰ ਭਾਈ ਵੀਰ ਸਿੰਘ ਕਹਿੰਦੇ ਆ ਜ਼ੋਰ ਜੋੜਨਾ, ਕਿ ਇਸ ਅਵਸਥਾ, ਔਰ ਅਰਥ ਬਿਲਕੁਲ ਸਪਸ਼ਟ ਨੇ, ਚਾਹੇ ਜ਼ੋਰ ਹੈ ਤੇ ਚਾਹੇ ਜ਼ੋਰ ਹੈ। ਜ਼ੋਰ ਦਾ ਮਤਲਬ ਕੋਈ ਜਨ ਹਰ ਸਿਉ ਦੇਵੈ ਜ਼ੋਰ, ਪਰ ਭਾਈ ਵੀਰ ਸਿੰਘ ਦਾ ਆਧਾਰ ਬਣਾਇਆ, ਇਸ ਕਰਕੇ ਮੈਂ ਅਰਥ ਦੱਸ ਰਿਹਾ। ਭਾਈ ਵੀਰ ਸਿੰਘ ਇਹਦੇ ਅਰਥ ਜ਼ੋਰ ਕਰਦੇ ਆ, ਡਾਕਟਰ ਨੇਕੀ ਵੀ ਕਰਦੇ ਆ, ਗੁਲਜ਼ਾਰ ਸਿੰਘ ਕੰਗ ਵੀ ਇਹ ਕਰਦੇ ਆ, ਸੰਪਰਦਾਇ ਟੀਕੇ ਵਾਲੇ ਵੀ ਇਹ ਕਰਦੇ ਆ। ਪਰ ਇਸ ਅਵਸਥਾ ਦੇ ਵਿੱਚ ਤੇਜ਼ੀ ਐਸੀ ਹੈ, ਸੂਰਮਤਾਈ ਐਸੀ ਹੈ, ਜਿਹਨੂੰ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ।
ये ऐसी अवस्था है, जिन मिल मारे पंच सूरबीर ऐसो कौन बलीरे। ये ऐसी अवस्था है जिहदे विच मौकम फोड़ है टल्ली का जिक्र किया कि अवर पंच हम एक जना, क्यों राखें घर बार मना, मारै लूटै नीत नीत किस आज्ञा करी पुकार जना। ये वो अवस्था है श्री राम नामा उचर मना, एक दूजी पौला खोए। इनू क्या कर्म खंड की बाणी जोर, ये जोड़न वाली अवस्था है पर ताकत वाली है, सूरमताई वाली है कि ये मन पंजे बद्धे महाबली कर सच्चा ढोआ, अपने चरण जपायन विच दए खलोआ। रोग सोग सारे रोग सो खत्म हो गए, मन के रोग खत्म हो गए, दुनिया के सो खत्म हो गए। इस अवस्था दे विच तिथै होर न कोई होर। इस अवस्था नूं प्रोफैसर साहिब सिंह कहते जोर वाली, जुड़नी वाली, कि जिथे तू ते मैं आ गया तो फिर उथे हुण तू हो गया, मैं तो रहा ही नहीं। इत्थे होर कोई नहीं है, इत्थे रंचक मात्र चिकनाहट नहीं है हौमै दी। इत्थे वाहिगुरू तू है, तू ही कराउण वाला है। मैं नहीं कर सकिया इन्ना सिमरन, ना मैं कर सकण दे लखायक सां। ये तू है, तिथै होर न कोई होर। बाकी टीकियां जे तुसीं पढ़ोगे कि शायद किथे इस अवस्था च होर जीव नहीं वरत सकते, पर इहदा मतलब है कि मानसिक इतनी अवस्था पवित्र हो गई नहीं कि जिहदे विचों अंतश्करण च सिर्फ वही रह गया, मैं रहा ही नहीं। एक जोत दोई मूर्ति धन पिर कही हैं सोई, होर कोई अवस्था नहीं उस अवस्था से। तिथै जोध महाबल सूर, वो सूरमे ने जेड़े सूरमे सलूक वारां ते वधीक जाओ तो प्रेम खिलन का चाओ, सिर तर तली गली मेरी आओ, इत मार्ग पैर धरीजै सिर दीजै। क्योंकि इस मार्ग ते हुण पैर पिछे धरिया नहीं जा सकता। ये परम पुरख की घाटी क्या कर्म खंड की अवस्था नूं पिछे मुड़िया नहीं जा सकता। तो अगे जिहड़ा मार्ग है वाट हमारी खरी उडीनी, खनियो तिखी बहुत पीनी, उस उत्ते मैं नहीं चल सकती, मेरा नहीं चल सकता, वो अहंग नहीं चल सकता। होर तिथै होर ना कोई होर, तिथै जोध महाबल सूर तिन मैं राम रहा भरपूर। हुण ये राम कोई श्री रामचंद्र नहीं, वो राम है जिन्हों कबीर साहब कहते कबीर राम कहन मैं भेत है, ता मैं एक विचार सोई राम सबै कह सोई कौतक-हार। वो राम वो रमिया होया जिन्हें श्री रामचंद्र जी नूं भी ताकतां दित्तियां, जिन्हों बनाया। वो राम मां नूं औंकड़ है, एक वचन ਉਹਦੇ अंदर रामैया रामैया हों बारक तेरा वाली अवस्था है कि सबै घट राम बोलै वाली अवस्था है। वो वरतदा है जिस अवस्था नूं मोको तू ना विसार, तू ना विसार, तू ना विसारै रामैया। वो रमिया होया राम भरपूर हो जाता है, मैं खत्म हो जाती है, बस ਉਹੀ ਉਹ ਰਹਿੰਦਾ है। वो रमिया होया ही प्रगट होंदा है जी। तिथै सीतो सीता महिमा माहे, ताके रूप न कथने जाहे, ना ओह मरहे न ठागे जाहे, जिनकै राम वसै मन माहे। क्योंकि ये पौड़ी कर्म खंड ते सचखंड दोनों की लखायक है। ये विच ही कर्म खंड भी है तो शर्म खंड भी है। वो ऐसे सूरमे ने जिहड़े वाहिगुरू दे नाल जुड़ गए ने, और दूसरी कोई अवस्था नहीं है, कोई रंचक मात्र विकार भी नहीं ने, ना मैं है, ना ये विच कहिए कि मेरे राही हो रहा है, तो ना कोई अंदर ऐसी अवस्था जिहड़ी माड़े कर्मां दे फुरनियां दी जिहड़ी चल रही है, वो कुछ भी नहीं है। उन्हां दे अंदर तिनमय राम रहा भरपूर, पूर्ण भर जाता है राम, कुछ होर रहिंदा ही नहीं। तिथै सीतो सीता महिमा माहे, महिमा कहंदे सिफत सलाह, कहते जिस तरह दो वखरे वखरे कपड़े सी के एक हो जाते हैं ना, इस तरह मैं ते तू सी के एक हो जाती है। इस तरह शब्द वखरा सी ते सुरत वखरी सी, पर जब सीपी गई तो फिर एक ही हो गई। जैसे पानी की बूंद ते समुंदर वखरा सी, जैसे सोने के गहने ते सोना वखरा सी, वो एक ही हो गया। अनल अगम जैसे लहर में ओदत जल केवल जल माही। ये है हर हर जन दो एक है, बिब विचार कछ नाहे, जल ते उपजे तरंग ज्यों जल ही बिखै समाए। हाँ, भाई वीर सिंह दे अर्थ थोड़े जे होर करते हैं, कहते इनू संकेतक लो। ठीक है, ये श्री रामचंद्र नहीं, पर जिमें श्री रामचंद्र की उपासक सीता सी, समझो सीता ने राम लिए सब कुछ अर्पित किया, इस तरह जीव इस्त्री उस रमे हुए वाहिगुरू जी दे विच समा जाती है। किड्डी वड्डी कितनी सोहनी उदाहरण दी उन्होंने। कहते पर इत्थे भेत यह है कि इस जग में पुरख एक है,
खुर सगली नार सबाई। फिर इस राम का जिक्र करके कहते कि राम वो रमिया होया है, बाकी इत्थे सारियां ही सीतां ने, इत्थे सारियां ही जिहड़ियां उहदे विच सीपण जा रहीआं ने, उहदे अंदर समाउण जा रहीआं ने, वो अपना आप खत्म करन जा रहीआं ने, क्योंकि वो अपना आप खत्म करके फिर मैं नहीं रहेगा, फिर तू वरत जाएगा। तिथै सीतो सीता, सीता का मतलब सीपिया जाएगा। महिमा माहे उस वाहिगुरू जी दे प्रेम दे विच, उहदे विच ही समा जाएगा। और पहला क्योंकि जो ना हम पे पाप करनता अह अहंता पतित पावन नाम कैसे हुंता। मैं पापी सां, तू पतित सैं, पर हुण पवित्र 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 पुनीत नाम जपै नानक मन प्रीत। मन की प्रीत ने पुनीत बना दिता, इको एक रूप कर दिता। पहला मैं पवित्र सां, पर हुण तू पवित्र तो पुनीत कर दिता। बड़ी अवस्था है। इनू क्या जन के चरण वसै मेरा ही हरै, संग पुनीता देही जन की धूर देहो कृपा निध नानक कै सुख ही ताके रूप ना कथने जाहे। हुण वो अवस्था नू कौन बयान करेगा। वो अवस्था तो बिब विचार कछनाहे वाली है। वो तो एक ही अब तो जाए चढ़े सिंहासन मिले हैं सारंग पानी, राम कबीरा एक भय है कोई ना सकै पछानी ताके रूप ना कथने जाए। ना वो मरह ना ਠਾਗੇ ਜਾਏ, ਨਾ ਜਮ ਮੌਤ ਉਹਨਾਂ ਨੂੰ ਮਾਰ ਸਕਦੀ ਹੈ ਤੇ ਮਾਇਆ ਨਾ ਉਹਨਾਂ ਨੂੰ ਠੱਗ ਸਕਦੀ ਹੈ। ਇਸ ਅਵਸਥਾ 'ਚ ਮੌਤ ਮਾਰਨ ਵਾਸਤੇ ਬੜੇ ਆਏ ਸਿੱਖ ਇਤਿਹਾਸ 'ਚ, ਤੁਸੀਂ ਜਿੰਨੇ ਮਰਜ਼ੀ ਦੇਖ ਲਓ। ਭਾਈ ਬਚਿੱਤਰ ਸਿੰਘ ਵਰਗੇ ਹੈਗੇ, ਕਿੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਾਓ ਨਾਗੜੀ ਬਰਛਾ ਲੈ ਕੇ ਭੇਜ ਦਿਓ। ਕੋਈ ਮਾਰ ਸਕਿਆ ਉਹਨਾਂ ਨੂੰ? ਕੋਈ ਨਹੀਂ ਮਾਰ ਸਕੇ। ਮਾਰਨ ਵਾਸਤੇ ਬਹੁਤ ਆਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਮਾਰ ਸਕਿਆ? ਭਾਈ ਮਨੀ ਸਿੰਘ ਕਹਿੰਦਾ ਬੰਦ ਬੰਦਾ ਇੱਥੋਂ ਕਰੋ। ਕੋਈ ਮਾਇਆ ਕੋਈ ਖਰੀਦ ਸਕਦਾ? ਕੋਈ ਨਹੀਂ। ਬਾਬਾ ਬਘੇਲ ਸਿੰਘ ਕਹਿੰਦੇ ਤੈਨੂੰ ਖਰੀਦ ਲੈਂਦੇ ਆ ਇੱਥੇ ਇਸ ਧਰਤੀ ਦਾ ਬਾਦਸ਼ਾਹ ਕਹਿੰਦਾ ਲਾਲ ਕਿਲੇ ਦਾ, ਕਿ ਮੈਂ ਕਹਿੰਦੇ ਤੂੰ ਕੀ ਖਰੀਦੇਂਗਾ ਮੈਨੂੰ? ਕਹਿੰਦੇ ਜਿੰਨੀ ਦੌਲਤ ਲੈਣੀ ਆ ਲੈ ਲੈ, ਇਹ ਲਾਲ ਕਿਲਾ ਛੱਡ ਦੇ। ਕਹਿੰਦੇ ਮੈਂ ਸਾਰੀ ਦਿੱਲੀ ਛੱਡਤੀ, ਕੌਣ ਖਰੀਦ ਸਕਦਾ? ਮੈਨੂੰ ਕੋਈ ਠੱਗ ਨਹੀਂ ਸਕਦਾ। ਉਹ ਐਸੀ ਅਵਸਥਾ, ਨਾ ਉਹ ਮਰ ਹੈ ਨਾ ਠਾਗੇ ਜਾਏ, ਨਾ ਜਮ ਤੇ ਨਾ ਉਹਨਾਂ ਨੂੰ ਆਤਮਕ ਮੌਤ ਔੜਦੀ ਹੈ ਤੇ ਨਾ ਉਹਨਾਂ ਨੂੰ ਮਾਇਆ ਠੱਗ ਸਕਦੀ ਹੈ। ਕਿਉਂਕਿ ਇਹ ਠੱਗ ਬੂਟੀ ਹੈ। ਇਹਨੂੰ ਠੱਗ ਬੂਟੀ ਕਿਹਾ ਹੈ? ਕਿਉਂਕਿ ਇਹ ਵੱਡਿਆਂ ਵੱਡਿਆਂ ਨੂੰ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ ਆਵਤ ਪਈਆ ਖੁਦੈ ਜਾਹੇ, ਵਾਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ, ਧਨ ਸੁਹਾਗਨ ਮਹਾਪਵੀਤ ਤਪੀ ਤਪੀ ਸਰ ਡੋਲੇ ਚੀਤ। ਇਹ ਵੱਡਿਆਂ ਵੱਡਿਆਂ ਨੂੰ ਠੱਗਣ ਵਾਲੀ ਹੈ। ਜਿਨ ਕੈ ਰਾਮ ਵਸੈ ਮਨ ਮਾਹੇ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਵਸ ਗਿਆ, ਰਮਈਆ ਪ੍ਰਭੂ ਵਸ ਗਿਆ, ਉਹ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਕਿਉਂਕਿ ਉਹਦਾ ਰੂਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ। ਉਹ ਸੱਚ ਉਸ ਰੂਪ ਦੇ ਸੱਚ 'ਚ ਵਰਤਿਆ। ਜਦ ਕੋਈ ਸਿੱਖ ਸਚਿਆਰਾ ਹੋਣ ਵਾਸਤੇ ਬਣਿਆ ਤੁਰਿਆ, ਤੇ ਉਹ ਸਚਿਆਰ ਸੱਚ ਦਾ ਹੀ ਰੂਪ ਬਣ ਗਿਆ। ਕਿਉਂਕਿ ਹੁਣ ਉਹਦੇ ਅੰਦਰ ਰਾਮ ਨਹੀਂ, ਉਹ ਵੀ ਰਾਮ ਰਮੇ ਹੋਏ ਦਾ ਹੀ ਰੂਪ ਹੋ ਗਿਆ। ਅੱਗੇ ਮਹਾਰਾਜ ਜੀ ਅਵਸਥਾ ਇਹਨੂੰ ਬਿਆਨ ਕਰਦੇ ਆ ਕਿ ਇਸ ਅਵਸਥਾ 'ਤੇ ਜਾ ਕੇ ਉਸ ਭਗਤ ਨੂੰ ਪਤਾ ਲੱਗਦਾ ਕਿ ਕੱਲਾ ਮੈਂ ਭਗਤੀ ਕਰਨ ਵਾਲਾ ਇਸ ਧਰਤੀ 'ਤੇ ਨਹੀਂ। ਜੇ ਇੱਥੇ ਬਹੁਤੀਆਂ ਕਰਮ ਭੂਮੀਆਂ ਨੇ, ਫਿਰ ਉਹਨੂੰ ਆਪਣੀ ਸੁਰਤ ਤੋਂ ਬੇਅੰਤ ਕਰਮ ਭੂਮੀਆਂ ਦੇ ਦੀਦਾਰ ਹੁੰਦੇ ਨੇ ਜੀ। ਤਿੱਥੈ ਭਗਤ ਵਸਹਿ ਕੀ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਉੱਥੇ ਇੱਕ ਨਹੀਂ, ਮੈਂ ਕੱਲਾ ਨਹੀਂ, ਐਸੇ ਜੁੜੇ ਹੋਏ ਬੇਅੰਤ ਨੇ ਭਗਤ। ਕਈ ਕਾਲਦਰਸ਼ੀ ਨਹੀਂ, ਕਾਲ ਤੋਂ ਪਰਾਂ ਦੀਆਂ ਅਵਸਥਾਵਾਂ ਨੇ। ਕਦ ਕਦ ਦੇ ਬੈਠੇ ਨੇ, ਕਿਸ ਕਿਸ ਲੋਹ ਦੇ ਵਿੱਚ ਭਗਤ ਬੈਠ ਕੇ ਉਹਦਾ ਸਿਮਰਨ ਕਰ ਰਹੇ ਨੇ, ਇਹਦਾ ਕੋਈ ਬਿਆਨ ਨਹੀਂ। ਤਿੱਥੈ ਭਗਤ ਵਸੈ ਕੇ ਲੋਕ ਕਹਿੰਦੇ ਕਿੰਨੇ ਕੁ ਲੋਕ ਇੱਥੇ ਵੱਖਰੀ ਵੱਖਰੀਆਂ ਬਹੁਤ ਧਰਤੀਆਂ ਨੇ ਜਿੱਥੇ ਰੱਬ ਦੇ ਭਗਤ ਐਸੇ ਵਸਦੇ ਨੇ। ਕਰਹਿ ਆਨੰਦ ਸੱਚਾ ਮਨ ਸੋਏ। ਉਹ ਇਸ ਅਵਸਥਾ ਦੇ ਵਿੱਚ ਸ਼ਰਮ ਖੰਡ ਤੋਂ ਬਾਅਦ ਕਰਮ ਖੰਡ ਦੀ ਅਵਸਥਾ ਦੇ ਵਿੱਚ ਆਪਣੇ ਮਨ ਅੰਦਰ ਪਰਮ ਆਨੰਦ ਦੀ ਅਵਸਥਾ ਨੂੰ ਮਾਣਦੇ ਨੇ ਜੀ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਹੁਣ ਜਦ ਉਹਦਾ ਰੂਪ ਹੀ ਹੋ ਗਿਆ, ਹੁਣ ਨਿਰੰਕਾਰ ਹੀ ਵਰਤ ਗਿਆ, ਤੇ ਜਿਗਿਆਸੂ ਦਾ ਮਨ ਨਿਰੰਕਾਰ ਦੇ ਵਿੱਚ ਇੱਕ ਮਿਕ ਹੋ ਜਾਂਦਾ ਹੈ, ਸਚਿਆਰ ਸੱਚ ਦਾ ਰੂਪ ਹੋ ਜਾਂਦਾ ਹੈ। ਤੁਰਿਆ ਸੀ ਸਚਿਆਰਤਾ ਦੇ ਰਸਤੇ ਵੱਲ, ਪਰ ਸੱਚ ਦਾ ਹੀ ਰੂਪ ਹੋ ਗਿਆ, ਸਮੁੰਦ ਸ਼ਾਹ ਸੁਲਤਾਨ ਹੋ ਗਿਆ, ਭੇਤ ਨਹੀਂ ਰਿਹਾ। ਤਿੱਥੈ ਮਹਾਰਾਜ ਜੀ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਉਸ ਅਵਸਥਾ ਦੇ ਵਿੱਚ ਉਹਦੇ ਮਨ ਅੰਦਰ ਇਹ ਕੋਈ ਬਾਹਰ ਦਾ ਖੰਡ ਨਹੀਂ ਹੈ, ਇਹ ਕੋਈ ਅਸੀਂ ਕਹੀਏ ਕਿ ਸਰਗੁਣ ਅਵਸਥਾ ਹੈ, ਨਹੀਂ।
ਇਹ ਨਿਰਗੁਣ ਅਵਸਥਾ ਹੈ। ਉਸ ਅਵਸਥਾ 'ਚ ਉਹਦੇ ਮਨ, ਬੁੱਧ, ਚਿੱਤ, ਸੁੱਧ, ਅਹੰਗ ਦੇ ਵਿੱਚ ਨਿਰੰਕਾਰ ਹੀ ਹੁੰਦਾ ਹੈ, ਹੋਰ ਕੋਈ ਨਹੀਂ ਹੁੰਦਾ, ਕੋਈ ਦੂਸਰਾ ਵਰਤਦਾ ਹੀ ਨਹੀਂ। ਉਹਨੂੰ ਕੋਈ ਭਉ ਨਹੀਂ ਹੈ, ਉਹ ਨਿਰਭਉ ਨਿਰਵੈਰ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਨਿਰੰਕਾਰ ਜਿਵੇਂ ਸਾਰੀ ਸ੍ਰਿਸ਼ਟੀ ਨੂੰ ਵੇਖ ਕੇ ਨਦਰ ਕਰਕੇ ਨਿਹਾਲ ਕਰ ਰਿਹਾ ਹੁੰਦਾ, ਹੁਣ ਉਹਨੂੰ ਪਤਾ ਲੱਗਦਾ ਕਿ ਸਾਰੀ ਦ੍ਰਿਸ਼ਟੀ ਕਿਰਪਾ ਨਿਰੰਕਾਰ ਨੇ ਮੇਰੇ ਉੱਤੇ ਕੀਤੀ ਹੈ, ਮੈਨੂੰ ਨਿਹਾਲ ਕੀਤਾ। ਸਾਰੀ ਸ੍ਰਿਸ਼ਟੀ ਨੂੰ ਜਿਵੇਂ ਉਹ ਨਿਹਾਲ ਕਰ ਰਿਹਾ, ਇਸ ਤਰ੍ਹਾਂ ਉਹ ਮੈਨੂੰ ਵੀ ਨਿਹਾਲ ਕਰ ਰਿਹਾ। ਅੱਗੇ ਪੜ੍ਹੋ ਉਹ ਨਿਰੰਕਾਰ ਕਿਹਨੂੰ ਕਿਹਨੂੰ ਨਿਹਾਲ ਕਰ ਰਿਹਾ। ਇਸ ਅਵਸਥਾ 'ਚ ਭਗਤ ਨੂੰ ਪੂਰਨ ਸੋਝੀ ਹੁੰਦੀ ਹੈ ਜੇ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਉਹਨੂੰ ਅੱਜ ਅਸੀਂ ਕਹਿੰਦੇ ਨਾ ਇਹ ਕਥਨੀ ਅਤ ਕਥਨੀ ਹੈ ਕਿ ਰੱਬ ਦੀ ਹੁਕਮ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ। ਉਹ ਕਹਿੰਦਾ ਕਿ ਵਾਕਈ ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਇਹ ਉਹ ਅਵਸਥਾ ਹੈ, ਇਹ ਉਹ ਅਵਸਥਾ ਹੈ ਜਿਹਦੇ ਵਿੱਚ ਪਤਾ ਲੱਗਦਾ ਕਿ ਰੱਬ ਕਿੱਥੇ ਕਿੱਥੇ ਵੇਖ ਕੇ, ਕਿੱਥੇ ਕਿੱਥੇ ਉਹਦੀ ਨਜ਼ਰ ਨਿਹਾਲਤਾ ਹੈ, ਕਿੰਨਾ ਕੁਛ ਹੈ। ਤਿੱਥੈ ਖੰਡ ਮੰਡਲ ਵਰ ਭੰਡ, ਕਿੰਨਾ ਕੁਛ ਹੈ। ਖੰਡ ਕਿੰਨੇ ਕੁ ਖੰਡ ਮੰਡਲ ਨੇ, ਕਿੰਨੇ ਕੁ ਵਰ ਭੰਡ। ਪਰਾਂ ਤੋਂ ਪਰਾਂ ਹੈ ਰੱਬ, ਸਭ ਦੀ ਸਾਰ ਸੰਭਾਲ ਕਰਨ ਵਾਲਾ। ਕੀ ਕੁਝ ਕਰਦਾ ਹੈ? ਸਾਰ ਸੰਭਾਲੈ, ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ, ਸਭ ਕੁਝ ਕਰ ਰਿਹਾ। ਜੇ ਕੋ ਕਥੈ ਤਾਂ ਅੰਤ ਨਾ ਅੰਤ। ਜੇ ਕੋਈ ਕਹੇ ਨਾ ਕਿ ਕਿਵੇਂ ਕਿੰਨਾ ਕੁ ਕੁਛ ਹੈ, ਕਿੰਨੇ ਕੁ ਖੰਡ ਨੇ, ਕਿੰਨੇ ਵਰ ਭੰਡ ਨੇ, ਕਿੰਨੇ ਮੰਡਲ ਨੇ, ਕੋਈ ਅੰਤ ਨਹੀਂ। ਤੇ ਕਿਵੇਂ ਕਿਵੇਂ ਸੰਭਾਲ ਕਰ ਰਿਹਾ, ਇਹਦਾ ਵੀ ਕੋਈ ਅੰਤ ਨਹੀਂ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖਾ ਐਸਾ ਖਸਮ ਹਮਾਰਾ। ਇਹ ਹੈ ਕੁੰਮੀ ਜਲ ਮੈਂ ਪੰਖ ਤਿਸ ਬਾਹਰ। ਇਹ ਉਹ ਹੈ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਥਿਨ ਨਾਹੇ। ਕਹਿੰਦੇ ਕੱਛੂ ਕੁੰਮੀ ਬੱਚੇ ਦੇ ਕੇ ਬਾਹਰ ਆ ਜਾਂਦੀ ਹੈ। ਬੱਚੇ ਦਿੱਤੇ ਸਮੁੰਦਰ ਦੇ ਕੰਢੇ ਤੇ ਆਪ ਸਮੁੰਦਰ ਤੇ ਛਾਲ ਮਾਰਤੀ। ਨਾ ਕੱਛੂ ਕੁੰਮੀ ਦੇ ਖੰਭ ਨੇ ਤੇ ਨਾ ਕੱਛੂ ਕੁੰਮੀ ਦੁੱਧ ਪਿਲਾਉਣ ਦੇ ਜੋਗੀ ਹੈ, ਕਿ ਉਹਨਾਂ ਨੂੰ ਕੌਣ ਪਾਲਦਾ। ਇਹ ਅਵਸਥਾਵਾਂ ਨੇ ਕਿ ਕਿਵੇਂ ਬਿਆਨ ਕਰੀਏ। ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ। ਇਸ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤਿੱਥੈ ਲੋ ਲੋ ਆਕਾਰ। ਇਹ ਅੰਦਰੋਂ ਕੋਈ ਗੁਰੂ ਕਾ ਸਿੱਖ ਦੇਖਦਾ ਹੈ ਕਿ ਜੋ ਖੋਜੈ ਸੋ ਪਾਵੈ। ਇਹ ਬਾਹਰ ਨਹੀਂ ਹੈ, ਇਹ ਅੰਦਰ ਦੀ ਅਵਸਥਾ ਹੈ। ਆਤਮਿਕ ਮੰਡਲ ਤੋਂ ਦੇਖਦਾ ਹੈ ਕਿ ਅੰਦਰ ਕਿੰਨਾ ਕੁਛ ਵਰਤ ਰਿਹਾ ਹੈ। ਇਸ ਆਤਮਿਕ ਮੰਡਲ ਦੇ ਧਿਆਨ ਵਿੱਚੋਂ ਉਹਨੂੰ ਪਤਾ ਲੱਗਦਾ ਪਰਾਂ ਤੋਂ ਪਰਾਂ। ਇਹ ਕੋਈ ਅੱਖਾਂ ਖੋਲ ਕੇ, ਇਹ ਹੈ ਅੱਖੀਂ ਬਾਝੋਂ ਵੇਖਣਾ, ਵਿਨ ਕੰਨਾ ਸੁਣਨਾ। ਨਾਨਕ ਸੇ ਅੱਖੀਆਂ ਬਿਆਨ। ਇਹ ਉਹ ਅੱਖਾਂ ਨਹੀਂ ਜਿਹੜੀਆਂ ਅਸੀਂ ਆਪਣੀਆਂ ਅੱਖਾਂ ਤੋਂ ਵੇਖ ਰਹੇ ਹਾਂ। ਜਿਨੀ ਦਿਸੰਡੜੋ ਮਾਂ ਪਿਰੀ, ਇਹ ਅੱਖਾਂ ਹੋਰ ਨੇ, ਇਹ ਬਿਆਨ ਨੇ। ਜਿਨ੍ਹਾਂ ਅੱਖਾਂ ਤੋਂ ਕੋਈ ਜਿਗਿਆਸੂ ਇਸ ਅਵਸਥਾ ਨੂੰ ਵੇਖਦਾ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ, ਪੱਤਾ ਵੀ ਉਹਦੇ ਹੁਕਮ ਵਿੱਚ ਹੁਲਦਾ ਹੈ। ਜਿਵੇਂ ਜਿਵੇਂ ਉਹਦਾ ਹੁਕਮ ਹੋ ਰਿਹਾ ਉਵੇਂ ਉਵੇਂ ਸਾਰਾ ਕੁਝ। ਕੋਈ ਮੰਦਾ ਕੋਈ ਚੰਗਾ ਆਪਣੀ ਹੁਜਤ ਨਾਲ ਕਰ ਹੀ ਨਹੀਂ ਸਕਦਾ। ਕੋਈ ਬੰਦਾ ਕਹੇ ਨਹੀਂ ਜੀ ਮੈਂ ਕੋਈ ਸੋਚ ਵੀ ਨਹੀਂ ਸਕਦਾ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਉਹ ਵੇਖ ਰਿਹਾ, ਵੇਖ ਕੇ ਖੁਸ਼ ਹੋ ਰਿਹਾ, ਉਹ ਆਪ ਹੀ ਵਿਚਾਰ ਕਰ ਰਿਹਾ। ਨਾਨਕ ਕਥਨਾ ਕਰੜਾ ਸਾਰ। ਤੇ ਇਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਹ ਕਰੜਾ ਸਾਰ ਹੈ। ਇਹ ਮੈਣ ਕੇ ਦੰਤ ਕਿਵ ਖਾਈਐ ਸਾਰ। ਸਾਰ ਕਹਿੰਦੇ ਲੋਹਾ, ਮੋਮ ਦੇ ਦੰਦਾਂ ਨਾਲ ਲੋਹਾ ਚਬਿਆ ਜਾ ਸਕਦਾ। ਬਸ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਇਹਨੂੰ ਬਿਆਨ ਕਰਨਾ ਮੋਮ ਦੇ ਦੰਦਾਂ ਦੇ ਨਾਲ ਲੋਹਾ ਚਬਣਾ ਹੈ। ਇਹ ਕਰੜਾ ਸਾਰ ਹੈ। ਇਹਨੂੰ ਕੋਈ ਬਿਆਨ ਨਹੀਂ ਕਰ ਸਕਿਆ, ਨਾ ਕਰ ਸਕੇਗਾ। ਹਜੇ ਇਹਦੀ ਵਿਚਾਰ ਸੰਪੂਰਨ ਨਹੀਂ ਹੋਈ, ਨਾ ਸੰਪੂਰਨ ਹੋ ਸਕਦੀ ਹੈ। ਕੱਲ੍ਹ ਨੂੰ ਆਖਰੀ ਪੌੜੀ ਤੋਂ ਵਿਚਾਰ ਤੋਂ ਪਹਿਲਾਂ ਇਹਦੀ ਵਿਚਾਰਾਂ ਹੋਰ ਦੇਖਾਂਗੇ। ਹਜੇ ਹੋਰ ਬੇਅੰਤ ਬੇਅੰਤ ਇਹਦੀਆਂ ਵਿਚਾਰਾਂ ਪਈਆਂ ਨੇ। ਸਤਿਗੁਰ ਜੀ ਬਖਸ਼ਿਸ਼ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਆਪ ਸੰਗਤ ਦਾ ਧੰਨਵਾਦ। ਭਾਈ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।